ਹੈਲੋ ਸਟੂਡੈਂਟਸ, ਅੱਜ ਅਸੀਂ ਡਿਸਕਸ ਕਰਾਂਗੇ ਪਾਰਟੀਕੂਲਰ ਇੰਟੀਗਰਲ ਫਾਈਂਡ ਕਰਨੇ ਪਾਰਸ਼ੀਅਲ ਡਿਫਰੈਂਸ਼ੀਅਲ ਇਕੁਏਸ਼ਨ ਦੇ। ਇਸ ਤੋਂ ਪਹਿਲੇ ਅਸੀਂ ਡਿਸਕਸ ਕਰੇ ਸੀਗੇ ਐਸੀਆਂ ਡਿਫਰੈਂਸ਼ੀਅਲ ਇਕੁਏਸ਼ਨਸ ਦੇ ਪਾਰਟੀਕੂਲਰ ਇੰਟੀਗਰਲ ਕੱਢਣੇ ਜਿਨ੍ਹਾਂ ਦੇ ਅੰਦਰ ax + by ਜੈਸਾ ਫੈਕਟਰ ਰਾਈਟ ਹੈਂਡ ਸਾਈਡ ਤੇ ਆ ਰਿਹਾ। ਇਹਨਾਂ ਇਕੁਏਸ਼ਨਸ ਦੇ ਅੰਦਰ x² ਆ ਰਿਹਾ, ਪਾਵਰ ਆਫ x ਇਜ਼ ਨਾਟ ਲੀਨੀਅਰ, ਇਸ 'ਚ x × y ਆ ਰਿਹਾ, ਇਹ ਵੀ ਡਿਫਰੈਂਟ ਹੈ। ਇਹ ਸਾਡਾ ਪਿਛਲੇ ਮੈਥਡ ਨਾਲ ਹੋ ਜਾਏਗਾ। ਹੇਅਰ ਕੋਫੀਸ਼ੀਐਂਟ ਆਫ x a1 ਤੇ b, ਠੀਕ ਹੈ। तो ऐसिया डिफरेंशियल इक्वेशनस ਦੇ ਅਸੀਂ ਪਾਰਟੀਕੂਲਰ ਇੰਟੀਗਰਲ ਕਿੱਦਾਂ ਕੱਢਣੇ ਆ। तो ਆਪਾਂ ਇਸ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਲੈ ਕੇ ਚੱਲਦੇ ਹਾਂ। ਇਸ ਦੀ ਆਕਸਿਲਰੀ ਇਕੁਏਸ਼ਨ ਬਣਾਉਣ ਦੇ ਲਈ ਅਸੀਂ ਕੀ ਕਰਾਂਗੇ, d ਨੂੰ m ਤੇ d' ਨੂੰ 1 ਸਬਸਟੀਟਿਊਟ ਕੀਤਾ। तो m ਇਜ਼ +- a ਫॉर ਕੰਪਲੀਮੈਂਟਰੀ ਫੰਕਸ਼ਨ ਸਾਡਾ ਇਸ ਤਰੀਕੇ ਨਾਲ ਕੈਲਕੂਲੇਟ ਹੋ ਗਿਆ। ਇਸ ਦਾ ਪਾਰਟੀਕੂਲਰ ਇੰਟੀਗਰਲ ਕੈਲਕੂਲੇਟ ਕਰਨਾ ਹੈ ਤੇ ਆਪਾਂ ਕੀ ਕਰਾਂਗੇ, ਅਸੀਂ ਬਾਈਨੋਮੀਅਲ ਥਿਓਰਮ ਨੂੰ ਯੂਜ਼ ਕਰਾਂਗੇ। ਪਿਛਲੇ ਜਦੋਂ ਅਸੀਂ ਆਰਡੀਨਰੀ ਡਿਫਰੈਂਸ਼ੀਅਲ ਇਕੁਏਸ਼ਨ ਕਰੀਆਂ ਸੀ ਆਪਾਂ ਉਦੋਂ ਵੀ ਐਲਜਬਰਿਕ ਫੰਕਸ਼ਨ ਦੇ ਪਾਰਟੀਕੂਲਰ ਇੰਟੀਗਰਲ ਇੱਦਾਂ ਹੀ ਕੈਲਕੂਲੇਟ ਕਰਦੇ ਸੀ। ਤਾਂ ਉਰੇ 1 ਬਣਾਉਣ ਦੇ ਲਈ ਬਾਈਨੋਮੀਅਲ ਅਪਲਾਈ ਕਰਨ ਲਈ ਉਰੇ 1 ਬਣਾਉਂਦੇ ਆ ਤਾਂ d² ਕਾਮਨ ਕਰਦੇ ਆ ਆਪਾਂ। d² ਕਾਮਨ ਕਰਕੇ ਆਪਣੇ ਕੋਲੇ 1, ਇੱਥੇ ਨੀਚੇ d² ਦਾ ਫੈਕਟਰ ਆ ਜਾਏਗਾ। ਇਸ ਟਰਮ ਨੂੰ ਉੱਪਰ ਸ਼ਿਫਟ ਕਰਾਂਗੇ ਤਾਂ ਇਸ ਦੀ ਪਾਵਰ ਮਾਈਨਸ ਹੋ ਜਾਏਗੀ। ਅਤੇ ਫਿਰ ਅਸੀਂ ਬਾਈਨੋਮੀਅਲ ਨਾਲ ਐਕਸਪੈਂਡ ਕਰਦੇ ਹਾਂ 1 + x ਦੀ ਪਾਵਰ n, 1 + nx + nn - 1/2 ਫੈਕਟੋਰੀਅਲ x² ਅਪ ਟੂ ਇਨਫਿਨਿਟੀ। ਤਾਂ ਇਸ 'ਚ ਇਨਫਾਈਨਾਈਟ ਨੰਬਰ ਆਫ ਟਰਮਸ ਆਰ ਦੇਅਰ, ਪਰ ਅਸੀਂ ਸਾਰੀਆਂ ਨਹੀਂ ਲਿਖਾਂਗੇ। ਆਪਾਂ ਚੈੱਕ ਕਰਾਂਗੇ ਕਿ ਇਸ x² ਦੇ ਕਿੰਨੇ ਡੈਰੀਵੇਟਿਵ ਨੋਨ ਜ਼ੀਰੋ ਹੈ। ਤਾਂ x² ਦਾ ਫਸਟ ਡੈਰੀਵੇਟਿਵ ਇਜ਼ 2x, ਸੈਕਿੰਡ ਡੈਰੀਵੇਟਿਵ ਇਜ਼ 2, ਅਗਲਾ ਡੈਰੀਵੇਟਿਵ 0। ਤਾਂ ਸਿਰਫ ਸੈਕਿੰਡ ਡੈਰੀਵੇਟਿਵ ਤੱਕ ਦੀਆਂ ਟਰਮਸ ਹੀ ਸਾਨੂੰ ਚਾਹੀਦੀਆਂ ਨੇ, ਰੈਸਟ ਆਫ ਟਰਮਸ ਅਸੀਂ ਨਹੀਂ ਲਿਖਣੀਆਂ। ਤਾਂ ਆਪਾਂ ਇਹਨੂੰ ਐਕਸਪੈਂਡ ਕੀਤਾ 1 + ਦਿਸ ਫੈਕਟਰ, ਫਿਰ ਅਗਲਾ ਫੈਕਟਰ ਕੀ ਲਿਖਣਾ ਸੀ n - 1/2 ਫੈਕਟੋਰੀਅਲ ਇੰਟੂ x ਦਾ ਸਕੁਆਇਰ, ਯਾਨੀ ਕਿ ਇਸ ਦਾ ਸਕੁਆਇਰ। ਇਹਦਾ ਸਕੁਆਇਰ ਕਰਾਂਗੇ ਤਾਂ ਡੈਰੀਵੇਟਿਵਸ ਦੀਆਂ ਪਾਵਰ 4 ਹੋ ਜਾਣੀਆਂ ਨੇ, ਅਤੇ ਸਾਨੂੰ ਉਹ ਟਰਮਸ ਨਹੀਂ ਚਾਹੀਦੀਆਂ ਕਿਉਂਕਿ x² ਦਾ ਸੈਕਿੰਡ ਡੈਰੀਵੇਟਿਵ ਵੀ ਪੋਸੀਬਲ ਹੈ। ਉਸ ਤੋਂ ਬਾਅਦ ਵਾਲੇ ਸਾਰੇ ਡੈਰੀਵੇਟਿਵ ਇਹਦੇ 0 ਹੋਈ ਜਾ ਰਹੇ ਨੇ, ਲੋੜ ਨਹੀਂ ਹੈ ਲਿਖਣ ਦੀ, ਠੀਕ ਹੈ। ਇਸ ਫੈਕਟਰ ਨੂੰ ਹੁਣ ਅਸੀਂ ਅੰਦਰ ਮਲਟੀਪਲਾਈ ਕਰਨਾ। ਇੱਥੇ ਅਸੀਂ ਪਹਿਲਾਂ d' ਅਪਲਾਈ ਕਰਨਾ, ਫਿਰ ਅਸੀਂ ਡਿਨੋਮੀਨੇਟਰ ਅਪਲਾਈ ਕਰਨਾ। d' ਦਾ ਮਤਲਬ ਕੀ ਹੈ, ਪਾਰਸ਼ੀਅਲ ਡੈਰੀਵੇਟਿਵ y ਦੇ ਨਾਲ। ਪਾਰਸ਼ੀਅਲ ਡੈਰੀਵੇਟਿਵ ਕਰਦੇ ਹੋਏ x² ਸਾਡੇ ਲਈ ਕੀ ਹੈ, ਕੌਨਸਟੈਂਟ, ਤੋਂ ਇਹਦਾ ਡੈਰੀਵੇਟਿਵ ਕਿੰਨਾ ਹੋ ਗਿਆ, 0। ਇਹ ਫੈਕਟਰ ਸਾਡਾ ਕੈਂਸਲ ਹੋ ਗਿਆ। ਸੋ 1/d² x² ਬਚਿਆ। ਇਹਨੂੰ 2 ਵਾਰੀ ਇੰਟੀਗ੍ਰੇਟ ਕਰਨਾ ਹੈ। ਫਸਟ ਟਾਈਮ ਇੰਟੀਗ੍ਰੇਟ ਕੀਤਾ x³/3, ਅਗਲੀ ਵਾਰੀ ਫਿਰ ਇੰਟੀਗ੍ਰੇਟ ਕੀਤਾ। ਤਾਂ ਇਸ ਤਰੀਕੇ ਨਾਲ ਸਾਡਾ ਪਾਰਟੀਕੂਲਰ ਇੰਟੀਗਰਲ ਨਿਕਲ ਗਿਆ। ਤਾਂ ਹੁਣ ਕੰਪਲੀਮੈਂਟਰੀ ਫੰਕਸ਼ਨ ਪਲੱਸ ਪਾਰਟੀਕੂਲਰ ਇੰਟੀਗਰਲ, ਦਿਸ ਵਿਲ ਗਿਵ ਅਸ ਸੋਲਿਊਸ਼ਨ। ਤਾਂ ਇੱਦਾਂ ਦੀਆਂ ਸਾਰੀਆਂ ਐਗਜ਼ਾਮਪਲ ਜਿਨ੍ਹਾਂ 'ਚ ਐਲਜਬਰਿਕ ਫੰਕਸ਼ਨ ਪਿਆ, ਚਾਹੇ ਉਹ x ਦੀ ਪਾਵਰ 4 ਹੈ, ਚਾਹੇ ਉਹ x ਦੀ ਪਾਵਰ 4 × y ਹੈ, ਚਾਹੇ ਕੁਛ ਵੀ ਤਰੀਕੇ ਦੇ ਐਲਜਬਰਿਕ ਫੰਕਸ਼ਨ ਹੈ, ਪ੍ਰੋਡਕਟ ਆਫ x ਐਂਡ y ਹੈ, ਸਿਰਫ ਪ੍ਰੋਡਕਟ ਆਫ x ਐਂਡ y ਹੋਵੇ, ਨਾਟ ਅਦਰ ਫੰਕਸ਼ਨਸ, ਉਹਨਾਂ ਦੀਆਂ ਪਾਵਰਸ ਕੁਛ ਵੀ ਹੋ ਜਾਣ, ਤਾਂ ਅਸੀਂ ਇਸੇ ਮੈਥਡ ਨੂੰ ਹੀ ਅਪਲਾਈ ਕਰਨਾ। ਇੱਕ ਹੋਰ ਐਗਜ਼ਾਮਪਲ ਮੈਂ ਤੁਹਾਡੇ ਨਾਲ ਡਿਸਕਸ ਕਰਦੀ ਹਾਂ। ਜਿਵੇਂ ਇਸ ਤਰੀਕੇ ਦੀ ਆਹ ਐਗਜ਼ਾਮਪਲ ਹੈ, ਇਸ 'ਚ x × y ਹੈ, ਇਸ 'ਚ ਵੀ ਸੇਮ ਮੈਥਡ ਲੱਗੇਗਾ। ਇਸ 'ਚ ਵੀ ਉਸੇ ਤਰੀਕੇ ਦੇ ਨਾਲ ਅਸੀਂ ਉਰੇ ਤੋਂ d² ਨੂੰ ਕਾਮਨ ਕਰ ਲਾਂਗੇ। ਇਹਨੂੰ ਅਲੱਗ-ਅਲੱਗ ਤਰੀਕੇ ਨਾਲ ਬ੍ਰੇਕ ਕਰਕੇ ਵੀ ਕਰ ਸਕਦੇ ਹਾਂ। ਜਿਵੇਂ ਬ੍ਰੇਕ ਕੀਤਾ ਆਪਾਂ ਨੇ, 2 ਦੇ 'ਚ ਡਿਵਾਈਡ ਕੀਤਾ, ਠੀਕ ਹੈ, 2 ਵੈਲਿਊਜ਼ ਬਣਾ ਲਈਆਂ, 2 ਜਗ੍ਹਾ 'ਤੇ ਬਾਈਨੋਮੀਅਲ ਲੱਗੇਗੀ। ਅਤੇ ਅਸੀਂ ਦੇਖਦੇ ਹਾਂ ਕਿ ਆਪਾਂ ਇਸ ਫੈਕਟਰ ਦੇ ਕਿੰਨੇ ਫੈਕਟਰ ਜਿਹੜੇ ਡੈਰੀਵੇਟਿਵ ਨੇ ਨੋਨ ਜ਼ੀਰੋ ਰਹਿੰਦੇ ਨੇ। ਤਾਂ ਪਾਰਸ਼ੀਅਲ ਡੈਰੀਵੇਟਿਵ x ਨਾਲ ਕਰਾਂਗੇ ਤਾਂ ਇਹਦੀ ਵੈਲਿਊ ਕਿੰਨੀ ਬਚੂਗੀ, y। ਅਗਲਾ ਡੈਰੀਵੇਟਿਵ ਹੋ ਜਾਊਗਾ ਪਾਰਸ਼ੀਅਲ ਡੈਰੀਵੇਟਿਵ ਵਿਦ ਰਿਸਪੈਕਟ ਟੂ x 0। ਤਾਂ ਇਸੇ ਤਰੀਕੇ ਨਾਲ ਪਾਰਸ਼ੀਅਲ ਡੈਰੀਵੇਟਿਵ ਵਿਦ ਰਿਸਪੈਕਟ ਟੂ y, ਫਸਟ ਡੈਰੀਵੇਟਿਵ ਕਿੰਨਾ ਬਚੇਗਾ x, ਅਗਲਾ ਡੈਰੀਵੇਟਿਵ ਹੋ ਜਾਊਗਾ 0। ਮਤਲਬ ਕਿ ਫਸਟ ਡੈਰੀਵੇਟਿਵ ਹੀ ਚਾਹੀਦਾ ਹੈ, ਫਸਟ ਡੈਰੀਵੇਟਿਵ ਤੋਂ ਬਾਅਦ ਦੀਆਂ ਟਰਮਸ ਨਹੀਂ ਚਾਹੀਦੀਆਂ। ਤਾਂ ਇਹਨੂੰ ਐਕਸਪੈਂਡ ਸਿਰਫ ਫਸਟ ਡੈਰੀਵੇਟਿਵ ਤੱਕ ਹੀ ਕਰ ਲਿਆ। ਉਸ ਤੋਂ ਬਾਅਦ ਚਾਹੇ ਪਹਿਲਾਂ ਪ੍ਰੋਡਕਟ ਕਰ ਲਓ ਜਾਂ ਫਿਰ ਪਹਿਲਾਂ ਇਹਨੂੰ ਅੰਦਰ ਅਪਲਾਈ ਕਰ ਲਓ, ਦਿਸ ਡਿਪੈਂਡਸ ਔਨ ਅਸ। ਤਾਂ ਮੰਨ ਲਓ ਅਸੀਂ ਪਹਿਲੇ ਪ੍ਰੋਡਕਟ ਕਰ ਲਿਆ ਉਰੇ, ਇਹ ਬਣ ਗਿਆ x × y, ਪਹਿਲੇ d' ਯਾਨੀ ਕਿ ਪਾਰਸ਼ੀਅਲ ਡੈਰੀਵੇਟਿਵ ਵਿਦ ਰਿਸਪੈਕਟ ਟੂ y, ਕਿੰਨਾ ਬਚੂਗਾ x। ਫਿਰ ਇੰਟੀਗ੍ਰੇਸ਼ਨ x ਦੀ ਕਿੰਨੀ ਬਣੂਗੀ, x² ਡਿਵਾਈਡਡ ਬਾਈ 2। ਹੁਣ ਫਿਰ ਇਸ ਫੈਕਟਰ ਨੂੰ 1 ਦੇ ਨਾਲ, ਫਿਰ ਇਸ ਫੈਕਟਰ ਨੂੰ ਇੱਥੇ ਕੀਤਾ ਤਾਂ ਪਹਿਲਾਂ ਪਾਰਸ਼ੀਅਲ ਡੈਰੀਵੇਟਿਵ ਵਿਦ ਰਿਸਪੈਕਟ ਟੂ y, ਕਿੰਨਾ ਬਚੂਗਾ x ਦੀ ਇੰਟੀਗ੍ਰੇਸ਼ਨ x²। ਅਤੇ ਜਿਹੜੇ ਹਾਇਰ ਆਰਡਰ ਦੇ ਡੈਰੀਵੇਟਿਵ ਨੇ ਉਹ ਸਾਡੇ ਕੈਂਸਲ ਹੋ ਜਾਣੇ ਹੈ, ਕਿਉਂਕਿ ਉਹਨਾਂ ਦੇ ਅੰਦਰ x × y ਦੀ ਜਿਹੜੀ ਵੈਲਿਊ ਹੈ ਡੈਰੀਵੇਟਿਵਸ ਆ ਉਹ ਕਿੰਨੇ ਆ ਜਾਣੇ ਆ, 0। ਜਿਵੇਂ ਆਹ ਵਾਲਾ ਫੈਕਟਰ, ਇਹ ਫੈਕਟਰ ਇੱਥੇ ਮਲਟੀਪਲਾਈ ਹੋਊਗਾ d' ਇਸ ਪਾਰਸ਼ੀਅਲ ਡੈਰੀਵੇਟਿਵ ਵਿਦ ਰਿਸਪੈਕਟ ਟੂ y, ਇਹਦੇ 'ਚ ਕੋਈ y ਨਹੀਂ ਹੈ, ਇਹਦੀ ਇੰਟੀਗ੍ਰੇਸ਼ਨ ਜਾਂ ਡੈਰੀਵੇਟਿਵ ਕੀ ਹੋ ਗਿਆ ਸਾਡਾ 0, ਇਹ ਕੈਂਸਲ ਹੋ ਜਾਊਗਾ। ਤਾਂ ਇਸ ਤਰੀਕੇ ਨਾਲ ਅਸੀਂ ਇਸ ਤਰੀਕੇ ਦੇ ਕੁਐਸਚਨਸ ਕਰ ਸਕਦੇ ਹਾਂ।